ਹੈਲੋ ਸਟੂਡੈਂਟਸ, ਸਵਾਗਤ ਕਰਦੀ ਹਾਂ ਤੁਹਾਡਾ ਆਪਣੀ ਪੋਲ ਸਾਇੰਸ ਦੀ ਕਲਾਸ ਦੇ ਵਿੱਚ। ਤਾਂ ਇਸ ਪੋਲੀਟੀਕਲ ਸਾਇੰਸ ਦੀ ਕਲਾਸ ਦੇ ਵਿੱਚ ਆਪਾਂ ਪੜ੍ਹਾਂਗੇ ਜੀ ਅੱਜ ਫੋਰਨ ਪਾਲਿਸੀ ਇਨ ਇੰਡੀਆ, ਭਾਰਤ ਦੀ ਵਿਦੇਸ਼ ਨੀਤੀ। ਠੀਕ ਹੈ ਜੀ। ਤਾਂ ਅੱਜ ਰਾਸ਼ਟਰੀ ਰਾਜਾਂ ਦੇ ਵਿੱਚ ਅੰਤਰਰਾਸ਼ਟਰਵਾਦ ਦੇ ਯੁੱਗ ਦੇ ਵਿੱਚ ਕੋਈ ਵੀ ਦੇਸ਼ ਰਾਸ਼ਟਰਾਂ ਦੇ ਪਰਿਵਾਰ ਤੋਂ ਵੱਖ ਹੋ ਕੇ ਆਪਣੀ ਹੋਂਦ ਜਿਹੜੀ ਆ ਉਹਨੂੰ ਕਾਇਮ ਰੱਖਣ ਜਾਂ ਸਰਬਪੱਖੀ ਵਿਕਾਸ ਕਰਨ ਦੇ ਯੋਗ ਨਹੀਂ ਹੋ ਸਕਦਾ। ਤਾਂ ਅਜੋਕੇ ਯੁੱਗ ਦੇ ਵਿੱਚ ਹਰੇਕ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਦੇਸ਼ ਨੂੰ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਕਾਇਮ ਕਰਨੇ ਪੈਂਦੇ ਨੇ ਅਤੇ ਆਪਣੀਆਂ ਨੀਤੀਆਂ ਅਤੇ ਕਾਰਜਾਂ ਨੂੰ ਅੰਤਰਰਾਸ਼ਟਰੀ ਵਾਤਾਵਰਨ ਦੇ ਅਨੁਸਾਰ ਢਾਲਣਾ ਪੈਂਦਾ ਗਾ। ਤਾਂ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਅਤੇ ਇਹਨਾਂ ਸੰਬੰਧਾਂ ਦਾ ਰਾਸ਼ਟਰੀ ਹਿੱਤਾਂ ਦੇ ਵਿੱਚ ਸੰਚਾਲਨ ਕਰਨ ਦੀ ਕਿਰਿਆ ਹੀ ਵਿਦੇਸ਼ ਨੀਤੀ ਦਾ ਮੂਲ ਤੱਤ ਹੁੰਦੀ ਹੈ। ਅਤੇ ਪ੍ਰਸਿੱਧ ਵਿਦਵਾਨ AD.H. ਡਾਕਟਰ ਨੇ ਠੀਕ ਹੀ ਕਿਹਾ ਕਿ ਦੂਜੇ ਰਾਜਾਂ ਦੇ ਨਾਲ ਆਪਣੇ ਸੰਬੰਧ ਦਾ ਜਿਹੜਾ ਪ੍ਰਬੰਧ ਕਰਨਾ ਹਰੇਕ ਰਾਜ ਦਾ ਜ਼ਰੂਰੀ ਕਾਰਜ ਹੈ। ਤਾਂ ਇਸ ਕਾਰਜ ਨੂੰ ਹੀ ਆਮ ਕਰਕੇ ਵਿਦੇਸ਼ੀ ਨੀਤੀ ਦਾ ਨਿਰਮਾਣ ਕਿਹਾ ਜਾ ਸਕਦਾ ਗਾ। ਰੂਥਨਾ ਸਵਾਮੀ ਇੱਕ ਵਿਦਵਾਨ ਨੇ। ਉਹ ਕਹਿੰਦੇ ਨੇ ਕਿ ਵਿਦੇਸ਼ੀ ਨੀਤੀ ਉਹਨਾਂ ਸਿਧਾਂਤਾਂ ਅਤੇ ਕਿਰਿਆਵਾਂ ਦਾ ਸਮੂਹ ਹੈ ਜਿਹੜੇ ਸਿਧਾਂਤ ਅਤੇ ਕਿਰਿਆਵਾਂ ਇੱਕ ਦੂਜੇ ਰਾਜਾਂ ਦੇ ਨਾਲ ਕਾਰ ਵਿਵਹਾਰ ਨੂੰ ਨਿਯਮਿਤ ਕਰਦੇ ਨੇ। ਉਸ ਤੋਂ ਬਾਅਦ ਇੱਕ ਵਿਦਵਾਨ ਹੋਰ ਨੇ, ਉਹਨਾਂ ਦਾ ਨਾਮ ਹੈ ਜਾਰਜ ਮੌਡਲਸਕੀ। ਉਹ ਕਹਿੰਦੇ ਨੇ ਕਿ ਵਿਦੇਸ਼ੀ ਨੀਤੀ ਸਮਾਜ ਦੁਆਰਾ ਵਿਕਸਿਤ ਉਹਨਾਂ ਗਤੀਵਿਧੀਆਂ ਦੀ ਵਿਵਸਥਾ ਜਿਨ੍ਹਾਂ ਦੇ ਦੁਆਰਾ ਉਹ ਹੋਰ ਰਾਜਾਂ ਵਿਵਹਾਰ ਨੂੰ ਬਦਲਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਅੰਤਰਰਾਸ਼ਟਰੀ ਮਾਹੌਲ ਦੇ ਅਨੁਸਾਰ ਬਣਾਉਣ ਦਾ ਯਤਨ ਕਰਦੇ ਨੇਗੇ। ਅਤੇ ਫਿਰ ਹੈ ਜੀ ਇੱਕ ਹੋਰ ਵਿਦਵਾਨ ਨੇ ਡਾਕਟਰ ਮਹਿੰਦਰ ਕੁਮਾਰ। ਉਹ ਕਹਿੰਦੇ ਨੇ ਕਿ ਵਿਦੇਸ਼ੀ ਨੀਤੀ ਕਾਰਜਸ਼ੀਲਤਾ ਦੀ ਇੱਕ ਯੋਜਨਾਬੰਦ ਪ੍ਰਕਿਰਿਆ ਜਿਹਦੇ ਦੁਆਰਾ ਰਾਸ਼ਟਰੀ ਹਿੱਤਾਂ ਅਤੇ ਵਿਚਾਰਧਾਰਾ ਦੇ ਅਨੁਸਾਰ ਵਿਦੇਸ਼ੀ ਸੰਬੰਧਾਂ ਦੇ ਵਿੱਚ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਗਾ। ਡਾਕਟਰ ਜੌਨਸਨ ਕਹਿੰਦੇ ਨੇ ਕਿ ਵਿਦੇਸ਼ੀ ਨੀਤੀ ਸ਼ਾਸਨ ਦੀ ਅਜਿਹੀ ਕਲਾ ਹੈ ਜੋ ਮੁੱਖ ਰੂਪ ਦੇ ਵਿੱਚ ਵਿਦੇਸ਼ੀ ਸ਼ਕਤੀ ਦੇ ਨਾਲ ਸੰਬੰਧ ਰੱਖਦੀ ਹੈ। ਤਾਂ ਵਿਦੇਸ਼ੀ ਨੀਤੀ ਦੀਆਂ ਜਿਹੜੀਆਂ ਇਹ ਸਾਰੀਆਂ ਪਰਿਭਾਸ਼ਾਵਾਂ ਨੇ, ਇਹਨਾਂ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੱਕ ਰਾਜ ਦੇ ਦੁਆਰਾ ਆਪਣੇ ਵਿਦੇਸ਼ੀ ਸੰਬੰਧਾਂ ਨੂੰ ਰਾਸ਼ਟਰੀ ਹਿੱਤਾਂ ਦੇ ਵਿੱਚ ਨਿਯਮਿਤ ਕਰਨ ਦੇ ਲਈ ਅਪਣਾਈ ਗਈ ਸੰਚਾਲਨ ਵਿਧੀ ਦਾ ਨਾਮ ਹੀ ਵਿਦੇਸ਼ ਨੀਤੀ ਆ। ਅਤੇ ਹਰੇਕ ਦੇਸ਼ ਦੀ ਸਰਕਾਰ ਅਜਿਹੀ ਨੀਤੀ ਅਪਣਾਊਗੀ ਜੋ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਕਾਰਜਾਂ ਨੂੰ ਆਪਣੇ ਹਿੱਤ ਦੇ ਵਿੱਚ ਪ੍ਰਭਾਵਿਤ ਕਰ ਸਕੇ। ਤਾਂ ਜਿਸ ਹੱਦ ਤੱਕ ਕੋਈ ਦੇਸ਼ ਆਪਣੇ ਇਸ ਉਦੇਸ਼ ਦੇ ਵਿੱਚ ਸਫਲ ਹੁੰਦਾ ਤਾਂ ਉਸ ਹੱਦ ਤੱਕ ਹੀ ਉਸ ਦੇਸ਼ ਦੀ ਵਿਦੇਸ਼ ਨੀਤੀ ਦੀ ਸਫਲਤਾ ਮੰਨੀ ਜਾਂਦੀ ਹੈਗੀ। ਤਾਂ ਹੁਣ ਅਸੀਂ ਪੜ੍ਹਦੇ ਹਾਂ ਵਿਦੇਸ਼ ਨੀਤੀ ਦੇ ਉਦੇਸ਼ ਕਿ ਜਿਹੜੀ ਫੋਰਨ ਪਾਲਿਸੀ ਹੁੰਦੀ ਆ ਉਹਦੇ ਉਦੇਸ਼, ਉਹਦੇ ਓਬਜੈਕਟਿਵਸ ਕੀ ਹੁੰਦੇ ਆ। ਓਬਜੈਕਟਿਵ ਆਫ ਫੋਰਨ ਪਾਲਿਸੀ ਇਨ ਇੰਡੀਆ, ਭਾਰਤ ਦੀ ਵਿਦੇਸ਼ ਨੀਤੀ ਦੇ ਉਦੇਸ਼। ਤਾਂ ਹਰੇਕ ਦੇਸ਼ ਦੀ ਵਿਦੇਸ਼ੀ ਨੀਤੀ ਦਾ ਇੱਕੋ ਇੱਕ ਉਦੇਸ਼ ਹੁੰਦਾ ਕਿ ਉਸ ਉਦੇਸ਼ ਨੂੰ ਰਾਸ਼ਟਰੀ ਹਿੱਤ ਦਾ ਨਾਮ ਦਿੱਤਾ ਜਾਂਦਾ ਕਿ ਇਹ ਕੀ ਹੁੰਦਾ, ਸਾਡਾ ਇੰਟਰਸਟ ਹੁੰਦਾ ਗਾ। ਠੀਕ ਹੈ, ਨੈਸ਼ਨਲ ਇੰਟਰਸਟ। ਤਾਂ ਵਿਸ਼ਵ ਦਾ ਕੋਈ ਵੀ ਦੇਸ਼ ਅਜਿਹੀ ਵਿਦੇਸ਼ ਨੀਤੀ 'ਤੇ ਅਮਲ ਨਹੀਂ ਕਰੂਗਾ ਜੋ ਉਹਦੇ ਰਾਸ਼ਟਰੀ ਹਿੱਤ ਦੇ ਵਿੱਚ ਨਾ ਹੋਵੇ। ਇੱਥੋਂ ਤੱਕ ਕਿ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਯੁੱਧ ਕਰਨਾ ਜਾਂ ਹਥਿਆਰਾਂ ਦਾ ਉਤਪਾਦਨ ਕਰਨਾ ਗਾ ਜਾਂ ਵਿਸ਼ਵ ਸ਼ਾਂਤੀ ਦੇ ਵਿਰੁੱਧ ਯਤਨ ਕਰਨਾ, ਤਾਂ ਉਸਦਾ ਜਿਹੜਾ ਦੇਸ਼ ਹੈਗਾ ਉਸਦੇ ਵਿੱਚ ਰਾਸ਼ਟਰੀ ਹਿੱਤ ਦੇ ਵਿੱਚ ਹੋਣਾ ਚਾਹੀਦਾ ਹੈਗਾ ਜੋ ਵੀ ਯਤਨ ਕਰ ਰਿਹਾ। ਤਾਂ ਇਹੋ ਜਿਹੀਆਂ ਕਾਰਵਾਈਆਂ ਕਰਨ ਦੇ ਲਈ ਉਸਨੂੰ ਕੋਈ ਜ਼ਿੰਮੇਵਾਰ ਠਹਿਰਾਉਣ ਦੀ ਜ਼ਰੂਰਤ ਨਹੀਂ ਕਰੂਗਾ। ਫਿਰ ਹੈ ਸੰਵਿਧਾਨਕ ਵਿਵਸਥਾਵਾਂ, ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ। ਤਾਂ ਸਾਡੇ ਸੰਵਿਧਾਨ ਦੇ ਅਨੁਛੇਦ 51 ਦੇ ਵਿੱਚ ਕਿਹਾ ਹੋਇਆ ਕਿ ਰਾਜ ਦੇ ਜਿਹੜੇ ਮੰਤਵ ਨੇ ਉਹ ਇਹਨਾਂ ਮੰਤਵਾਂ ਨੂੰ ਪੂਰਾ ਕਰਨ ਦਾ ਯਤਨ ਕਰੂ। ਪਹਿਲਾ ਹੈ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਵਿਕਸਿਤ ਕਰਨਾ। ਫਿਰ ਹੈ ਰਾਸ਼ਟਰਾਂ ਦੇ ਵਿੱਚ ਨਿਆਂਪੂਰਨ ਅਤੇ ਸਨਮਾਨਯੋਗ ਸੰਬੰਧਾਂ ਨੂੰ ਸਥਾਪਿਤ ਕਰਨਾ। ਫਿਰ ਹੈ ਅੰਤਰਰਾਸ਼ਟਰੀ ਕਾਨੂੰਨ ਦੇ ਲਈ ਸੰਗਠਿਤ ਲੋਕਾਂ ਦੇ ਪਰਸਪਰ ਵਿਵਹਾਰ ਦੇ ਲਈ ਕੀਤੀਆਂ ਗਈਆਂ ਸੰਧੀਆਂ ਦੇ ਲਈ ਸਤਿਕਾਰ ਵਿਕਸਿਤ ਕਰੂਗਾ ਅਤੇ ਅੰਤਰਰਾਸ਼ਟਰੀ ਝਗੜਿਆਂ ਨੂੰ ਸਾਲਸੀ ਫੈਸਲਿਆਂ ਰਾਹੀਂ ਹੱਲ ਕਰਨ ਦੇ ਲਈ ਉਤਸ਼ਾਹਿਤ ਕਰੂਗਾ। ਤਾਂ ਸੰਵਿਧਾਨ ਦੇ ਵਿੱਚ ਵਰਣਿਤ ਇਹ ਤੱਥ ਵਿਦੇਸ਼ਾਂ ਦੇ ਨਾਲ ਚੰਗੇ ਸੰਬੰਧ ਬਣਾਉਣ ਅਤੇ ਅੰਤਰਰਾਸ਼ਟਰੀ ਸ਼ਾਂਤੀ ਸਥਾਪਿਤ ਕਰਨ ਦੇ ਪ੍ਰਤੀ ਜ਼ੋਰ ਦਿੰਦੇ ਆ। ਪਰ ਇਹਨਾਂ ਤੱਥਾਂ ਨੂੰ ਭਾਰਤ ਦੀ ਵਿਦੇਸ਼ੀ ਨੀਤੀ ਦੇ ਉਦੇਸ਼ ਨਹੀਂ ਕਿਹਾ ਜਾ ਸਕਦਾ। ਜੇਕਰ ਇਹ ਸਾਰੀਆਂ ਵਿਵਸਥਾਵਾਂ ਸਾਡੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਨੇ
ਤਾਂ ਇਹਨਾਂ ਵਿਵਸਥਾਵਾਂ ਨੂੰ ਭਾਰਤ ਦੇ ਰਾਸ਼ਟਰੀ ਹਿੱਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਮੰਨਿਆ ਜਾ ਸਕਦਾ, ਪਰ ਇਹਨਾਂ ਨੂੰ ਭਾਰਤ ਦੀ ਵਿਦੇਸ਼ੀ ਨੀਤੀ ਦਾ ਸਥਾਈ ਉਦੇਸ਼ ਨਹੀਂ ਮੰਨਿਆ ਜਾ ਸਕਦਾ। ਫਿਰ ਕੁਝ ਹੋਰ ਮਹੱਤਵਪੂਰਨ ਉਦੇਸ਼ ਨੇਗੇ, ਸਮ ਅਦਰ ਇੰਪੋਰਟੈਂਟ ਆਬਜੈਕਟਿਵਸ ਜਿਹੜੇ ਨੇ ਉਹਨੇ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਦੋ ਗੁੱਟਾਂ ਦੀ ਰਾਜਨੀਤੀ ਤੋਂ ਦੂਰ ਰਹਿ ਕੇ ਗੁੱਟ ਨਿਰਲੇਪਤਾ ਦੀ ਨੀਤੀ ਗ੍ਰਹਿਣ ਕਰਨਾ ਅਤੇ ਸੰਯੁਕਤ ਰਾਸ਼ਟਰ ਦਾ ਸਮਰਥਨ ਕਰਨਾ ਅਤੇ ਰਾਸ਼ਟਰਮੰਡਲ ਨਾਮ ਦੀ ਸੰਸਥਾ ਦਾ ਸਮਰਥਨ ਕਰਨਾ, ਗੁਆਂਢੀ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਕਾਇਮ ਕਰਨਾ, ਸਾਮਰਾਜਵਾਦ, ਨਸਲਵਾਦ ਅਤੇ ਨਿਸ਼ਸਤਰੀਕਰਨ ਦਾ ਵਿਰੋਧ ਕਰਨਾ ਅਤੇ ਪਰਮਾਣੂ ਸ਼ਕਤੀ ਨੂੰ ਸ਼ਾਂਤਮਈ ਮੰਤਵਾਂ ਦੇ ਲਈ ਵਰਤਣਾ ਅਤੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਬਣਾਉਣੇ। ਤਾਂ ਇਹ ਵੀ ਭਾਰਤੀ ਰਾਜਨੀਤੀ ਦੇ ਉਦੇਸ਼ ਜਿਹੜੇ ਨੇ ਕਹੇ ਜਾ ਸਕਦੇ ਨੇ। ਠੀਕ ਹੈ ਜੀ। ਤਾਂ ਸਟੂਡੈਂਟਸ, ਅਸੀਂ ਪੜ੍ਹਿਆ ਵਿਦੇਸ਼ ਨੀਤੀ ਦੇ ਬਾਰੇ, ਵੱਖ-ਵੱਖ ਵਿਦਵਾਨਾਂ ਨੇ ਆਪਣੇ ਕੀ ਵਿਚਾਰ ਪੇਸ਼ ਕੀਤੇ ਨੇ ਅਤੇ ਜਿਹੜੀ ਵਿਦੇਸ਼ ਨੀਤੀ ਆ ਇਹਦੇ ਜਿਹੜੇ ਮੇਨ ਉਦੇਸ਼ ਨੇ, ਜਿਵੇਂ ਰਾਸ਼ਟਰੀ ਹਿੱਤ ਹੋ ਗਿਆ, ਸੰਵਿਧਾਨਕ ਵਿਵਸਥਾਵਾਂ ਹੋ ਗਈਆਂ ਅਤੇ ਕੁਝ ਹੋਰ ਮਹੱਤਵਪੂਰਨ ਉਦੇਸ਼ ਹੋ ਗਏ, ਜਿਵੇਂ ਗੁਆਂਢੀ ਦੇਸ਼ਾਂ ਦੇ ਨਾਲ ਚੰਗੇ ਸੰਬੰਧ, ਸੰਯੁਕਤ ਰਾਸ਼ਟਰ ਦਾ ਸਮਰਥਨ ਕਰਨਾ। ਠੀਕ ਹੈ ਜੀ। ਸਾਮਰਾਜਵਾਦ ਅਤੇ ਨਸਲਵਾਦ, ਨਿਸ਼ਸਤਰੀਕਰਨ ਦਾ ਜਿਹੜਾ ਇਹ ਉਸ ਵਿਰੋਧ ਕਰਨਾ ਸੀ ਅਤੇ ਪਰਮਾਣੂ ਸ਼ਕਤੀ ਨੂੰ ਸ਼ਾਂਤਮਈ ਮੰਤਵਾਂ ਦੇ ਲਈ ਵਰਤਣਾ। ਠੀਕ ਹੈ ਜੀ। ਇਹ ਸਾਰੇ ਵਿਦੇਸ਼ ਨੀਤੀ ਦੇ ਮੁੱਖ ਉਦੇਸ਼ ਨੇਗੇ। ਅਤੇ ਵਿਦੇਸ਼ ਨੀਤੀ ਮੇਨਲੀ ਕੀ ਹੁੰਦੀ ਆ ਕਿ ਜਿਹੜੇ ਦੂਜੇ ਰਾਸ਼ਟਰ ਨੇ, ਸਾਡੇ ਦੂਸਰੇ ਦੇਸ਼ ਨੇਗੇ, ਉਹਨਾਂ ਦੇ ਨਾਲ ਵਧੀਆ ਸੰਬੰਧ ਕਾਇਮ ਰੱਖਣੇ ਅਤੇ ਇਹਨੂੰ ਰਾਸ਼ਟਰਾਂ ਦਾ ਪਰਿਵਾਰ ਕਿਹਾ ਜਾਂਦਾ ਗਾ। ਠੀਕ ਹੈ ਜੀ। ਵੀ ਮਤਲਬ ਪੂਰਾ ਜਿਹੜਾ ਸਾਡਾ ਅੱਜ ਦਾ ਯੁੱਗ ਜਿਹੜਾ ਹੈ ਉਹ ਕੀ ਹੈ, ਅੰਤਰਰਾਸ਼ਟਰੀ ਰਾਜ ਅਤੇ ਅੰਤਰਰਾਸ਼ਟਰੀਵਾਦ ਦੇ ਯੁੱਗ ਵਿੱਚ ਕੋਈ ਵੀ ਜਿਹੜਾ ਰਾਸ਼ਟਰ ਹੈ ਰਾਸ਼ਟਰਾਂ ਦੇ ਪਰਿਵਾਰ ਤੋਂ ਵੱਖ ਹੋ ਕੇ ਆਪਣੀ ਹੋਂਦ ਜਿਹੜੀ ਕਾਇਮ ਨਹੀਂ ਰੱਖ ਸਕਦਾ। ਇਸ ਲਈ ਉਹਨੂੰ ਜਿਹੜੇ ਪੂਰੇ ਰਾਸ਼ਟਰ ਨੇ, ਪੂਰੇ ਦੇਸ਼ ਨੇਗੇ, ਉਹਨਾਂ ਦੇ ਨਾਲ ਜਿਹੜੇ ਆਪਣੇ ਰਿਲੇਸ਼ਨ ਬਣਾ ਕੇ ਹੀ ਰੱਖਣੇ ਪੈਂਦੇ ਨੇ, ਤਾਂ ਹੀ ਕਿਸੇ ਦੇਸ਼ ਦਾ ਵਿਕਾਸ ਹੋ ਸਕਦਾ ਗਾ। ਤਾਂ ਮੈਂ ਉਮੀਦ ਕਰਦੀ ਹਾਂ ਜਿਹੜੀ ਵਿਦੇਸ਼ ਨੀਤੀ ਦੇ ਬਾਰੇ ਅਸੀਂ ਪੜ੍ਹਿਆ ਅੱਜ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਣਾ ਜੀ। ਥੈਂਕ ਯੂ।